ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਕਵਾਰ ਸਰਵ ਕਲਾ ਸਮਰੱਥ ਬੋਲਨ ਤੇ ਰੱਖੋ ਪ੍ਰਭੂ ਆਨੰਦ ਦੇ ਕਰ ਹੱਥ ਬੇਸ਼ੁਮਾਰ ਅਥਾਹ ਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੇਤਾ ਜੀਓ ਪਿੰਡ ਸਭ ਤੇਰਾ ਦਾਸਨ ਦਾਸ ਕਹਿ ਜਨ ਨਾਨਕ ਜੇ ਕਰਾਏ ਤਿਆਉ ਕਰੀ ਵਖਿਆਨ ਸਤਨਾਮ ਸ੍ਰੀ ਵਾਹਿਗੁਰੂ। ਨਾ ਮਿਲਿਓ ਸੋਈ ਹਰ ਕਾ ਨਾਮ ਨ ਜਪਿ ਗਵਾਰਾ ਕਿਆ ਸੋਚੇ ਬਾਰੰਬਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਹਿਬੇ ਕਮਾਲ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਵ ਕਲਾ ਭਰਪੂਰ ਸਭ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਪਾਤਸ਼ਾਹ ਜੀ ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਇਸ ਸਮੇਂ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ ਨੇ। ਉਪਰੰਤ ਇਸ ਪਾਵਨ ਪਵਿੱਤਰ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤੇ ਇਹਦੇ ਤਹਿਤ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਸੋਠ ਰਾਗਣੀ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 654 ਤੋਂ ਆਰੰਭ ਹੁੰਦੀ ਹੈ। ਪਾਵਨ ਬਾਣੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਹਨ, ਜੋ ਧਰਮ ਦੀ ਦੁਨੀਆ ਦੇ ਵਿੱਚ ਲੋਕ ਵੇਦਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਬੜਾ ਪੜ੍ਹਦੇ ਹਨ, ਪਰ ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕਰਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਧਾਰਮਿਕ ਗ੍ਰੰਥਾਂ ਨੂੰ ਵੇਦਾਂ ਨੂੰ ਪੁਰਾਣਾਂ ਨੂੰ ਪੜ੍ਹਨ ਦਾ ਸੁਣਨ ਦਾ ਕੀ ਲਾਭ ਹੋਇਆ। ਸੁਣਨ ਵਾਲੇ ਵੀ ਬੜੇ ਨੇ, ਪੜ੍ਹਨ ਵਾਲੇ ਵੀ ਬੜੇ ਨੇ, ਪਰ ਕਮਾਉਣ ਵਾਲੇ ਘੱਟ ਹਨ। ਕਮਾਈ ਕਰਨ ਵਾਲੇ ਸ਼ਬਦ ਹੀ ਬਹੁਤ ਘੱਟ ਹਨ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਭਰਮ ਭੁਲੇਖਾ ਨਾ ਮਨ ਵਿੱਚ ਪਾਲਿਓ ਏ ਕਿ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸਾਨੂੰ ਲਾਭ ਮਿਲ ਜਾਵੇਗਾ। ਜਦੋਂ ਤੱਕ ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕਰਦੇ, ਲਾਭ ਪ੍ਰਾਪਤ ਨਹੀਂ ਹੋਵੇਗਾ। ਜਿਵੇਂ ਗੁਰਬਾਣੀ ਦੇ ਮਹਾਨ ਬੋਲ ਹਨ,
ਮਨਮੁਖ ਪੱਥਰ ਸੈਲ ਹੈ, ਧ੍ਰਿਗ ਜੀਵਨ ਫੀਕਾ। ਜਲ ਮੈਂ ਕੇਤਕ ਰਾਖੀਐ, ਅਬ ਅੰਤਰ ਸੂਕਾ। ਮਨਮੁਖ ਜੀਵ ਜੋ ਮਨ ਦੇ ਪਿੱਛੇ ਚੱਲਣ ਵਾਲਾ ਹੈ, ਉਹਦਾ ਹਿਰਦਾ ਪੱਥਰ ਦੀ ਤਰ੍ਹਾਂ ਹੁੰਦਾ ਹੈ। ਜੀਵਨ ਫਿੱਕਾ ਹੁੰਦਾ ਹੈ ਉਹਦਾ, ਉਹਨੂੰ ਫਟਕਾਰਾਂ ਪੈਂਦੀਆਂ ਨੇ। ਤੇ ਸਤਿਗੁਰੂ ਜੀ ਉਹਨੂੰ ਪਾਣੀ ਵਿੱਚੋਂ ਬਾਹਰ ਕੱਢੋ, ਸੁੱਕੇ ਦਾ ਸੁੱਕਾ। ਇਸੇ ਤਰ੍ਹਾਂ ਮਨਮੁਖ ਕਿੰਨੇ ਵੀ ਕਰਮ ਕਾਂਡ ਕਰੀ ਜਾਵੇ, ਉਹਨੂੰ ਲਾਭ ਨਹੀਂ ਹੈ। ਸੋ ਲਾਭ ਕਿਵੇਂ ਮਿਲੇਗਾ? ਜਦੋਂ ਆਪਾਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਲੱਗ ਜਾਵਾਂਗੇ। ਸੋ ਆਓ, ਜੋ ਬਖਸ਼ਿਸ਼ ਹੋ ਰਹੀ ਹੈ, ਪਾਵਨ ਬਾਣੀ ਅੰਮ੍ਰਿਤ ਬਾਣੀ ਦੀ ਪਾਵਨ ਕਥਾ ਨਾਲ ਜੁੜੀਏ, ਲਾਹਾ ਲਈਏ ਪਿਆਰ। ਸਾਹਿਬ ਜੀ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹੇ ਹੋਏ ਦਾ ਕੀ ਲਾਭ ਹੋਇਆ, ਕੀ ਗੁਣ ਗਣਾਉਣ ਦਾ ਫਾਇਦਾ ਹੋਇਆ। ਕਿਆ ਵੇਦ ਪੁਰਾਨਾ ਸੁਣੀਐ। ਵੇਦਾਂ ਨੂੰ ਪੁਰਾਣਾਂ ਨੂੰ ਪੜ੍ਹਨ ਦਾ ਸੁਣਨ ਦਾ ਬੜੇ ਧਿਆਨ ਨਾਲ ਸੁਣਿਆ, ਲਾਭ ਕੀ ਹੋਇਆ? ਕੋਈ ਲਾਭ ਨਹੀਂ ਹੋਇਆ, ਕਿਉਂਕਿ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕੀਤਾ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਸੁਣਨ ਦਾ ਕੀ ਲਾਭ ਹੋਇਆ ਭਾਈ, ਜੇਕਰ ਉਹ ਆਤਮਕ ਆਨੰਦ ਦੀ ਸਹਿਜ ਅਵਸਥਾ ਹੀ ਪ੍ਰਾਪਤ ਨਹੀਂ ਹੋਈ। ਜਿਹਦੇ ਵਾਸਤੇ ਪੜ੍ਹ ਰਹੇ ਸੀ, ਜਿਹਦੇ ਵਾਸਤੇ ਸੁਣ ਰਹੇ ਸੀ, ਉਹ ਅਵਸਥਾ ਹੀ ਪ੍ਰਾਪਤ ਨਹੀਂ ਹੋਈ, ਤਾਂ ਦੱਸੋ ਕੀ ਲਾਭ ਹੋਇਆ? ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਦੇ ਹੋਏ ਕਸ਼ਮੀਰ ਦੀ ਧਰਤੀ 'ਤੇ ਪਹੁੰਚੇ, ਤਾਂ ਉੱਥੇ ਗੁਰਮੁਖੋ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮਟਨ ਸਾਹਿਬ ਹੈ, ਸਤਿਗੁਰੂ ਜੀ ਇੱਥੇ ਜਾ ਕੇ ਵਿਰਾਜਤ ਭਏ। ਤਾਂ ਇੱਕ ਪੰਡਤ, ਜਿਹਨੇ ਬੜੇ ਗ੍ਰੰਥ ਪੜ੍ਹੇ ਹੋਏ ਸੀ ਤੇ ਹਰ ਸਮੇਂ ਉਹ ਆਪਣੇ ਨਾਲ ਬੜੇ ਗ੍ਰੰਥ ਲੈ ਕੇ ਚੱਲਦਾ ਸੀ। ਦੂਜਾ ਉਹਦਾ ਇਹ ਸੀ, ਵਿਦਿਆ ਧਰਮ ਦੀ ਪੜ੍ਹ ਪੜ੍ਹ ਕੇ ਇੰਨਾ ਹੰਕਾਰੀ ਹੋ ਗਿਆ ਕਿ ਉਹ ਚਰਚਾ ਕਰਦਾ ਹੁੰਦਾ ਸੀ। ਕਹਿੰਦਾ ਮੇਰੇ ਨਾਲ ਚਰਚਾ ਕਰੋ। ਤੇ ਚਰਚਾ ਦੇ ਜਿਹੜਾ ਨਤੀਜਾ ਇਹ ਰੱਖਿਆ ਹੁੰਦਾ ਸੀ, ਜਿਹੜਾ ਹਾਰ ਜਾਵੇਗਾ ਉਹ ਆਪਣੇ ਸਾਰੇ ਗ੍ਰੰਥ ਜਿੱਤਣ ਵਾਲੇ ਨੂੰ ਦੇ ਦੇਵੇਗਾ। ਤਾਂ ਇਸ ਤਰ੍ਹਾਂ ਜਦੋਂ ਇਹ ਕਰਦਾ ਕਰਦਾ ਇੱਥੇ ਆਇਆ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਕੇ ਬੈਠਾ। ਪਤਾ ਲੱਗਾ ਸਤਿਗੁਰੂ ਜੀ ਕਹਿੰਦੇ, ਪੰਡਤ
ਗੁਰੂ ਅਸਲ ਵਿੱਚ ਇਹੀ ਹੈ। ਤੇਰਾ ਗੁਰੂ ਅਸਲ ਵਿੱਚ ਮਾਇਆ ਹੀ ਹੈ। ਤੂੰ ਮਾਇਆ ਨੂੰ ਹੀ ਗੁਰੂ ਮੰਨਦਾ ਹੈ, ਮਾਇਆ ਨੂੰ ਹੀ ਸਭ ਕੁਝ ਮੰਨਦਾ ਹੈ। ਆਪਾਂ ਵੇਖ ਸਕਦੇ ਹਾਂ ਕਿ ਜਦੋਂ ਮਨੁੱਖ ਦਾ ਗੁਰੂ ਮਾਇਆ ਬਣ ਜਾਵੇ ਨਾ, ਫਿਰ ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਉਹ ਫਿਰ ਸਾਰੇ ਪਾਸੇ ਮਾਇਆ ਨੂੰ ਇਕੱਠੀ ਕਰਨ ਵੱਲ ਹੀ ਚੱਲਦਾ ਹੈ। ਉਹਦਾ ਹੋਰ ਕੋਈ ਪ੍ਰਯੋਜਨ, ਹੋਰ ਕੋਈ ਲਕਸ਼ ਨਹੀਂ ਹੁੰਦਾ। ਤਾਂ ਉਹ ਚਰਨਾਂ 'ਤੇ ਢਹਿ ਪਿਆ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਵੀ ਮੈਨੂੰ ਦੱਸੋ ਮੇਰਾ ਗੁਰੂ, ਮੈਂ ਕਿਹਨੂੰ ਗੁਰੂ ਧਾਰਨ ਕਰਨਾ। ਅਤੇ ਉਹ ਮਹਾਂਪੁਰਸ਼ ਕਹਿੰਦੇ ਵੀ ਗੁਰੂ ਨਾਨਕ ਤੋਂ ਵੱਡਾ ਕੌਣ ਹੈ, ਜਿਨ੍ਹਾਂ ਕੋਲੋਂ ਤੂੰ ਆਇਆ ਹੈ। ਚੰਗਾ ਹੁੰਦਾ ਤੂੰ ਪਹਿਲਾਂ ਹੀ ਉਹਨਾਂ ਦੇ ਚਰਨ ਪਕੜ ਲੈਂਦਾ। ਜਾ ਹੁਣ ਵੀ ਚਲਿਆ ਜਾ। ਆਇਆ, ਆ ਕੇ ਮਹਾਰਾਜ ਜੀ ਦੇ ਚਰਨਾਂ 'ਤੇ ਢਹਿ ਪਿਆ। ਪੰਡਤ ਬ੍ਰਹਮਦਾਸ ਇਹਦਾ ਨਾਮ ਕਰਕੇ ਆਇਆ ਹੈ। ਸ੍ਰੀ ਗੁਰੂ ਪ੍ਰਤਾਪ ਸੂਰੀ ਗ੍ਰੰਥ ਦੇ ਅੰਦਰ ਸਤਿਗੁਰੂ ਜੀ ਨੇ ਇਸ ਨੂੰ ਉਪਦੇਸ਼ ਦੇ ਕੇ ਤਾਰਨਾ ਕੀਤਾ ਕਿ ਜੇ ਮਾਇਆ ਵੱਲ ਜਾਓਗੇ, ਰੂਹਾਨੀਅਤ ਨੂੰ ਛੱਡ ਕੇ, ਤੇ ਮਾਇਆ ਵੱਲੋਂ ਤਾਂ ਮਾਰ ਹੀ ਪੈਂਦੀ ਹੈ। ਮਾਇਆ ਵੱਲ ਜਿੰਨਾ ਜੀਵ ਜਾਏਗਾ ਓਨਾ ਹੀ ਖੁਆਰ ਹੋਵੇਗਾ, ਓਨੀ ਹੀ ਮਾਰ ਪਵੇਗੀ, ਓਨਾ ਹੀ ਦੁਰਦਸ਼ਾ ਹੋਵੇਗੀ। ਸੋ ਉਹ ਮਟਨ ਸਾਹਿਬ ਗੁਰਦੁਆਰਾ ਜੋ ਕਸ਼ਮੀਰ ਵਿੱਚ ਇੱਥੇ ਵਾਰਤਾ ਹੋਈ ਦੱਸੀ ਜਾਂਦੀ ਹੈ, ਉੱਥੋਂ ਦਾ ਇਤਿਹਾਸ ਹੈ। ਭਗਤ ਕਬੀਰ ਸਾਹਿਬ ਜੀ ਪ੍ਰਮਾਣ ਕਰ ਰਹੇ ਹਨ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਕੀ ਲਾਭ ਹੋਇਆ, ਸੁਣਨ ਦਾ ਕੀ ਲਾਭ ਹੋਇਆ, ਜੇ ਉਹ ਸਹਿਜ ਦੀ ਅਵਸਥਾ ਹੀ ਨਹੀਂ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਅਵਸਥਾ ਰੱਬ ਦੀ ਹੈ। ਉਸ ਅਵਸਥਾ ਨੂੰ ਪਾਉਣਾ ਹੈ, ਭਾਵ ਰੱਬ ਰੂਪ ਹੋਣਾ ਹੈ, ਰੱਬ ਦੇ ਵਿੱਚ ਲੀਨ ਹੋਣਾ ਹੈ। ਹਰ ਕਾ ਨਾਮ ਨਾ ਜਪਿ ਗਵਾਰਾ, ਕਿਆ ਸੋਚੈ ਬਾਰੰਵਾਰਾ ਰਹਾਓ। ਭਾਵੇਂ ਕਿੰਨਾ ਵੀ ਪੜ੍ਹਿਆ ਲਿਖਿਆ ਮਨੁੱਖ ਹੋਵੇ, ਭਾਵੇਂ ਸੰਸਾਰਕ ਵਿਦਿਆ ਪੜ੍ਹਿਆ ਅਤੇ ਭਾਵੇਂ ਧਰਮ ਦੇ ਗ੍ਰੰਥਾਂ ਨੂੰ ਪੜ੍ਹਿਆ ਹੈ, ਗੁਰਬਾਣੀ ਨੇ ਉਸ ਨੂੰ ਮੂਰਖ ਆਖਿਆ ਹੈ, ਗਵਾਰ ਆਖਿਆ ਹੈ। ਵੀ ਇੰਨੇ ਗ੍ਰੰਥ ਪੜ੍ਹ ਕੇ, ਇੰਨੀ ਵਿਦਿਆ ਪੜ੍ਹ ਕੇ ਰੱਬ ਦੀ ਬੰਦਗੀ ਨਹੀਂ ਕਰਦਾ, ਪੜ੍ਹਨ ਦਾ ਕੀ ਲਾਭ ਹੋਇਆ। ਗੁਰੂ ਕੋ ਆਪਣੀ ਤਾਂ ਸਟੱਡੀ ਹੀ ਕੁਝ ਨਹੀਂ ਹੈ, ਆਪਣੀ ਤੇ ਪੜ੍ਹਾਈ ਹੀ ਕੁਝ ਨਹੀਂ ਹੈ। ਇੱਕ ਹਸਤੀ ਦਾ ਜ਼ਿਕਰ ਆਇਆ ਗੁਰਬਾਣੀ ਦੇ ਵਿੱਚ, ਉਹ ਇੰਨਾ ਵੱਡਾ ਵਿਦਿਆ ਦਾ ਮਾਰ ਤੰਡ ਸੀ, ਪਰ ਗੁਰਬਾਣੀ ਨੇ ਉਸ ਨੂੰ ਪਦਵੀ, ਜਿਹੜੀ ਡਿਗਰੀ ਦਿੱਤੀ ਹੈ, ਮੂਰਖ ਦੀ ਦਿੱਤੀ ਹੈ। ਗੁਰਬਾਣੀ ਨੇ ਉਸ ਨੂੰ ਮੂਰਖ ਆਖਿਆ ਹੈ। ਇੰਨਾ ਵੱਡਾ ਵਿਦਵਾਨ, ਇੰਨਾ ਵੱਡਾ ਗਿਆਨੀ, ਤੇ ਗੁਰਬਾਣੀ ਉਹਨੂੰ ਮੂਰਖ ਕਹਿ ਰਹੀ ਹੈ। ਉਹ ਬਚਨ ਆਉਂਦੇ ਨੇ, ਆਵਤ ਸੰਗ ਨਾ ਜਾਤ ਸੰਗਾਤੀ, ਤਾਂ ਪਿਓ ਦਰ ਬਾਂਧੇ ਹਾਥੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਰਾਵਣ ਉਹ ਕੋਈ ਆਮ ਬੰਦਾ ਨਹੀਂ ਸੀ। ਉਹਨੂੰ 10 ਸਿਰਾ ਕਿਉਂ ਆਖਿਆ ਜਾਂਦਾ ਹੈ? ਆਪਣਾ ਇਹ ਜਿਹੜਾ ਸਰੀਰ ਹੈ ਨਾ, ਦੇਹੀ, ਇਹਨੂੰ ਤਾਂ ਗੁਰਬਾਣੀ ਨੇ ਅਜੇ ਮਨੁੱਖ ਵੀ ਨਹੀਂ ਮੰਨਿਆ। ਆਪਾਂ ਆਪਣੇ ਆਪ ਨੂੰ ਮਨੁੱਖ ਮੰਨੀ ਜਾਈਏ, ਗੁਰਬਾਣੀ ਨੇ ਨਹੀਂ ਅਜੇ ਸਾਨੂੰ ਮਨੁੱਖ ਮੰਨਿਆ। ਕਾਰਨ ਮਹਾਰਾਜ ਦੱਸ ਦਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਦੇਹੀ ਮਨੁੱਖਾਂ ਵਾਲੀ ਜ਼ਰੂਰ ਹੈ ਤੇਰੇ ਕੋਲ, ਪਰ ਅਜੇ ਤੂੰ ਮਨੁੱਖ ਨਹੀਂ ਬਣਿਆ। ਅਜੇ ਤੇਰੇ ਕਰਤੱਵ ਪਸ਼ੂਆਂ ਵਾਲੇ ਹਨ, ਜਾਨਵਰਾਂ ਵਾਲੇ ਹਨ, ਜਨੌਰਾਂ ਵਾਲੇ ਹਨ, ਜੀਵ ਜੰਤੂਆਂ ਵਾਲੇ ਹਨ। ਅਜੇ ਤੂੰ ਬੰਦਾ ਹੀ ਨਹੀਂ ਬਣਿਆ, ਮਨੁੱਖ ਹੀ ਨਹੀਂ ਬਣਿਆ। ਬੰਦੇ ਦੇ 3 ਲੱਛਣ ਦੱਸੇ ਨੇ ਗੁਰਬਾਣੀ ਨੇ। ਬੰਦਾ ਕਿਹਨੂੰ ਆਖਿਆ ਗਿਆ ਹੈ? ਜਿਵੇਂ ਬਚਨ ਆਉਂਦਾ ਹੈ,
हुकम पछाणै एको जानै, बंदा कहिए सोई। बंदो होए सो बंदगी गै, बंदा वो है जिहड़ा बंदगी करता है। दूसरा प्रमाण ये है। तीसरा वक्त विचारे सो बंदा होए। ये किसी समय आपां फिर इहदी खुल के विचार करांगे। महाराज इहदे विच असल कह की रहे ने, बंदे दे 3 लक्षण दसे ने गुरबाणी ने। दुनिया मनुख अपने आप नूं समझी जावे मनुख, पर गुरबाणी कहंदे मनुख नहीं है, तां पशु जानवर ही तुरे फिरदे ने, शरीर मनुखां वाले ने। मनुख वो है जिहड़ा बंदगी करता है, जिहदा मन जाग गया है, सुचेत हो गया है। तां रावण वेखो उहनूं 10 सिरा आखिया गया। ਜਿਹੜਾ ਦੁਨੀਆ ਵਿੱਚ ਬੜਾ ਕਾਮਲ ਬੰਦਾ ਹੋਵੇ ਨਾ, ਉਹਨੂੰ ਮੰਨਿਆ ਜਾਂਦਾ ਇੱਕ। ਇਸ ਤਰ੍ਹਾਂ ਦੇ ਉਹਦੇ 10 ਸਿਰ ਦੁਨੀਆ ਵਿੱਚ, ਜਾਣੀ ਕਿ ਦੁਨੀਆ ਦੇ ਟੌਪ ਦੇ ਗਿਆਨੀ ਹੋਣ, ਜਿਨ੍ਹਾਂ ਨੂੰ ਬੜਾ ਬਰੀਕ ਗਿਆਨ ਹੋਵੇ, ਉਹਨਾਂ ਨਾਲੋਂ ਸਾਰਾ ਗਿਆਨ ਇਕੱਲੇ ਰਾਵਣ ਕੋਲ ਸੀ। ਇੰਨਾ ਵੱਡਾ ਗਿਆਨੀ, ਤਕਨੀਕ ਬੜੀ। उस समय विच उहने उडण खटोला बनाया सी, जिहनूं अज कल आपां हैलीकॉप्टर कहंदे हां, हवाई जहाज़ कहंदे हां। जदों सीता नूं चुक के लै गया समुंदरों पार आके, वेखो उहदे कोलों जंतर सी बनाया होया। इन्नी तकनीक दा मालक। चंद सूरज जाके तपत रसोई, बैसंतर जाके कपड़े धोई। बड़ा वड्डा साइंसदान सी, बड़ी साइंस सी उहदे। जिहड़ा लंका गढ़ सी ना सोने का बनिया, बड़ी साइंस नाल वो चलदा सी। पर गुरबाणी ने डिग्री की दी है मूर्ख दी, काम मूर्खां वाले कीते। इन्ना वड्डा ज्ञानी, वेदां नूं पढ़िया होया। कहंदे ने भी वो 4 वेद मूँह जबानी सी, 4 वेदां दी मूँह जबानी व्याख्या कर दिंदा है। 4 वेद उहनूं कंठ सी, क्योंकि पंडितां दा मुंडा सी ये। रावण पंडित सी। राक्षस तां किया जाता है, काम उस तरह के करन लग पे, राक्षस कहन लग गए, दानव कहन लग पे। तां इन्ना वड्डा ज्ञानी उहनूं मूर्ख आख्या गुरबाणी ने। मूर्ख रावण क्या ले गया, हर का नाम ना जपस गवारा। भगत कबीर साहब कहते जिहड़ा रब दा नाम नहीं जपदा वो गवार, मूर्ख है। क्या सोचे बारंवारा, की वार वार पदार्थां वास्ते, संसार वास्ते सोची जा रहा, होर पासे तुरिया फिरदा है। तेरी सोच विच अजे रब नहीं आया, अजे नाम नहीं आया, होर ही माया दी सोचां सोची जांदा। धार्मिक ग्रंथां नूं पढ़ना भी, धार्मिक कर्मां नूं भी करना एक संसार दे पदार्थां दी प्राप्ति दा वसीला बन गया है। रहाओ विश्राम दे के भगत कबीर साहब कहते, अंधियारे दीपक चाहिए, एक वस्त अगोचर लईए। हनेरे नूं मिटाण वास्ते दीवा चाहिदा है। हनेरे विच किन्नी भी कीमती चीज़ पई है, प्राप्त नहीं होगी, साड़ियां अखां सामने नहीं आवेगी, हत्थां दी पकड़ विच नहीं आवेगी। जे हनेरा है, अंधकार है, अंधकार नूं मिटाण वास्ते गुरू को भी चाहिए, दीवा चाहिदा है। हनेरे नूं आपां गालां कड्ढण लग जाइए। हनेरा बड़ा दुष्ट हुंदा है, बड़ा पापी हुंदा है, बड़ा माड़ा हुंदा। इहनूं घर विच नहीं रहण देना। भज जा साडे घरों दुष्टा, भज जा पापीआ। जिन्ना मर्जी संग पाली जाओ, हनेरे ने भजना नहीं है, हनेरे ने नहीं जाना। दादा सोचे चुकी रहो। किन्ना भी कही जाओ, काम बड़ा माड़ा है, क्रोध बड़ा माड़ा है, लोभ बड़ा माड़ा है, हंकार बड़ा माड़ा है। इदां कहण नाल उन्हां ने साडे शरीर नूं नहीं छड्डना। वकारां नूं जिन्ना मर्जी माड़ा कही जाओ, बल्कि वकारां नूं
ਭਜਾਣ ਵਾਸਤੇ ਕੋਈ ਪੁੱਠਾ ਲਟਕ ਗਿਆ, ਕਿਸੇ ਨੇ ਧੂਣਾ ਤਪਾ ਲਿਆ, ਕਿਸੇ ਨੇ ਅੰਨ ਛੱਡ ਦਿੱਤਾ, ਉਹ ਫਿਰ ਵੀ ਨਹੀਂ ਗਏ। ਇਹ ਵਿਕਾਰਾਂ ਨੂੰ ਮਾਰਨ ਵਾਸਤੇ ਬੜਾ ਯਤਨ ਕੀਤਾ ਕਈਆਂ ਨੇ, ਪੁੱਠੇ ਲਟਕ ਗਏ, ਧੂਣੇ ਤਪਾ ਲਏ, ਬਰਫਾਂ ਵਿੱਚ ਜਾ ਕੇ ਬਹਿ ਗਏ, ਪਾਣੀ ਵਿੱਚ ਬਹਿ ਗਏ, ਸਾਧਨਾ ਬੜੀ ਕਰ ਲਈ, ਪਰ ਬਾਣੀ ਨੇ ਬਚਨ ਆਖਿਆ ਬਰਫੀ ਮਾਰੀ ਸਾਪ ਨਾ ਹੁਆ ਬੁਰੇ ਕਰਮ ਕਮਾਏ। ਖੁੱਡ ਵਿੱਚ ਸੱਪ ਵੜਿਆ, ਵਰਮੀ ਖੁੱਡ ਨੂੰ ਕਹਿੰਦੇ ਨੇ, ਖੁੱਡ ਨੂੰ ਕੁੱਟਣ ਲੱਗ ਪਏ। ਸੱਪ ਅੰਦਰ ਆਰਾਮ ਨਾਲ ਬੈਠਾ ਰਿਹਾ। ਜਦੋਂ ਥੱਕ ਗਏ ਸੋਚਿਆ, ਬੇਫਿਕਰ ਹੋ ਕੇ ਬਹਿ ਗਏ ਵੀ ਹੁਣ ਤਾਂ ਸੱਪ ਨਹੀਂ ਬਾਹਰ ਨਿਕਲ ਸਕਦਾ, ਮਾਰਤਾ ਉਹਨੂੰ ਵਿੱਚ ਹੀ। ਖੁੱਡ ਨੂੰ ਕੁੱਟੀ ਗਏ, ਲੰਮਾ ਪੈ ਗਏ, ਸੱਪ ਨਿਕਲਿਆ, ਉਹ ਬਾਹਰ ਨਿਕਲ ਕੇ ਉਹਨੇ ਡੰਗ ਮਾਰਿਆ, ਜੀਵਨ ਖਤਮ ਕਰਤਾ। ਇਸੇ ਤਰ੍ਹਾਂ ਮਨੁੱਖ ਸੋਚਦਾ ਮੈਂ ਵਿਕਾਰਾਂ ਨੂੰ ਮਾਰ ਲਿਆ ਹੈ, ਸਾਧਨਾ ਕਰਕੇ ਪੁੱਠਾ ਲਟ ਗਿਆ, ਕੋਈ ਪਾਣੀ ਵਿੱਚ ਖੜਨ ਦੀ ਸਾਧਨਾ ਕਰ ਲਈ, ਕਿਸੇ ਨੇ ਬਰਫਾਂ ਵਿੱਚ। ਇਸ ਸਰੀਰ ਰੂਪੀ ਖੁੱਡ ਨੂੰ ਕੁੱਟ-ਕੁੱਟ ਕੇ ਇਹਦਾ ਨਾਸ ਮਾਰਤਾ। ਸੋਚਿਆ ਹੁਣ ਮੇਰੇ ਅੰਦਰ ਵਿਕਾਰ ਨਹੀਂ ਰਹੇ। ਪਰ ਕਿਸੇ ਰਿਸ਼ੀ ਨੂੰ, ਕਿਸੇ ਜੋਗੀ ਨੂੰ ਕਾਮ ਨੇ, ਕਿਸੇ ਨੂੰ ਕ੍ਰੋਧ ਨੇ, ਕਿਸੇ ਨੂੰ ਲੋਭ ਨੇ, ਕਿਸੇ ਨੂੰ ਮੋਹ ਨੇ, ਕਿਸੇ ਨੂੰ ਹੰਕਾਰ ਨੇ। ਜੋਗੀਆਂ ਦਾ ਜਿਹੜਾ ਗੁਰੂ ਹੋਇਆ ਹੈ ਮਛਿੰਦਰ ਨਾਲ ਸਭ ਤੋਂ ਵੱਡਾ, ਇਹਨੂੰ ਕਾਮ ਨੇ ਆ ਕੇ ਪਾਲਿਆ। ਜਦੋਂ ਇਹ ਭੇਦ ਬਤਾ ਕੇ ਆਪਣੇ ਸਰੀਰ ਨੂੰ ਛੱਡ ਕੇ, ਜਦੋਂ ਸ੍ਰੀ ਲੰਕਾ ਦੇ ਰਾਜੇ ਦੇ ਸਰੀਰ ਵਿੱਚ ਜਾ ਕੇ ਗੋਰਖਨਾਥ ਨੂੰ ਕਹਿ ਕੇ ਗਿਆ ਕਿ ਮੈਂ ਉੱਥੇ ਐਸਾ ਜਾ ਕੇ ਕਠਿਨ ਹੋਇਆ। ਉਹ ਕੋਈ ਕਾਰਜ ਉਹਦਾ ਰਹਿ ਗਿਆ ਸੀ, ਉਹ ਕਾਰਜ ਕਰਨਾ, ਉਹ ਇਹਨਾਂ ਨੂੰ ਮੰਨਣ ਵਾਲਾ ਸੀ। ਗਿਆ ਤਾਂ ਕਾਰਜ ਵਾਸਤੇ ਸੀ, ਪਰ ਜਦੋਂ ਉਹਦੇ ਸਰੀਰ ਨੂੰ ਵਰਤਦਿਆਂ ਭੋਗ ਵਿਲਾਸਾਂ ਵਿੱਚ ਕਚਿਤ ਹੋ ਗਿਆ, ਉਹਨੂੰ ਸਰੀਰ ਨੂੰ ਛੱਡਣ ਨੂੰ ਮਨ ਨਾ ਕਰੇ। ਉਹ ਹੈ ਯੋਗੀ ਸੀ ਅਤੇ ਉਹਨੂੰ ਇਹ ਵੀ ਪਤਾ ਸੀ। ਉਹਨੇ ਫਿਰ ਪਹਿਰਾ ਲਾਤਾ ਵੀ ਕੋਈ ਕੰਨ ਪਾਟਾ ਜੋਗੀ ਇੱਥੇ ਆਵੇ, ਉਹਨੂੰ ਮਹਿਲਾਂ 'ਚ ਨਹੀਂ ਵੜਨ ਦੇਣਾ। ਗੋਰਖਨਾਥ ਨੇ ਫਿਰ ਉੱਥੇ ਜਿਹੜੇ ਉਹਦੇ ਮਹੱਲਾਂ ਦੇ ਵਿੱਚ ਨਿਰਤਕਾਰੀ ਨਿਰਤ ਕਰਦੀ ਸੀ, ਉਹਨਾਂ ਦੀ ਜਿਹੜੀ ਟੋਲੀ ਸੀ, ਉਹ ਤਬਲਾ ਸਿੱਖਿਆ, ਉਹਨਾਂ ਵਿੱਚ ਸ਼ਾਮਲ ਹੋਇਆ। ਭੇਖ ਵਟਾ ਕੇ ਜਾ ਕੇ ਫਿਰ ਇਹਨੇ ਤਾਲ ਵਜਾਇਆ, ਜਾਗ ਮਛਿੰਦਰ ਗੋਰਖ ਆਇਆ, ਜਾਗ ਮਛਿੰਦਰ ਗੋਰਖ ਆਇਆ। ਫਿਰ ਉਹਦੀ ਆਤਮਾ ਨੂੰ ਕੱਢ ਕੇ ਵਾਪਸ ਲੈ ਕੇ ਆਇਆ ਮਛਿੰਦਰ ਨਾਥ, ਗੋਰਖਨਾਥ ਦਾ ਗੁਰੂ। ਕਿਉਂਕਿ ਇੱਕ ਸਾਧੂ ਨੇ ਮਿਹਣਾ ਮਾਰਤਾ ਗੋਰਖਨਾਥ ਨੂੰ, ਤੂੰ ਬੜਾ ਜੋਗੀ ਬਣਿਆ ਤੇ ਤੇਰਾ ਗੁਰੂ ਤਾਂ ਭੋਗ ਵਿਲਾਸੀ ਬਣਿਆ ਲੱਗਦਾ। ਇਸ ਨਾਲ ਪਤਾ ਨਹੀਂ ਕਿੰਨੇ ਜੋਗੀ ਜਿਨ੍ਹਾਂ ਨੇ ਬੜੀ ਸਾਧਨਾ ਕੀਤੀ, ਸਰੀਰ ਰੂਪੀ ਖੁੱਡ ਨੂੰ ਕੁੱਟਿਆ, ਪਰ ਵਿਕਾਰਾਂ ਦਾ ਸੱਪ ਅੰਦਰ ਹੀ ਬੈਠਾ ਰਿਹਾ, ਉਹਨੇ ਡੰਗ ਮਾਰਿਆ। ਇਹਨੂੰ ਮਿਟਾਉਣ ਵਾਸਤੇ ਦੀਵਾ ਚਾਹੀਦਾ ਹੈ। ਵਾਹਿਗੁਰੂ ਦੇ ਨਾਮ ਦਾ ਸਿਮਰਨ ਚਾਹੀਦਾ ਹੈ। ਸਿਮਰਨ ਤੋਂ ਬਿਨਾਂ ਪੂਜਨੀ ਗੱਲ ਬਣੇਗੀ। ਜਿੰਨਾ ਮਰਜ਼ੀ ਪੜ੍ਹੀ ਜਾਓ। ਸ਼੍ਰੀ ਸੁਖਮਨੀ ਸਾਹਿਬ ਆਪਾਂ ਸਾਰੇ ਪੜ੍ਹਦੇ ਹਾਂ, ਪਰ ਅਸੀਂ ਵੀ ਤੁਹਾਡੇ ਨਾਲ ਹੀ ਹਾਂ, ਕਮਾਉਂਦੇ ਕਮਾਉਂਦੇ ਆਪਾਂ ਕੋਈ ਨਹੀਂ ਹਾਂ। ਗੁਰਬਾਣੀ ਨੇ ਕਹਿਤਾ ਹਰ ਵਾਹਿਗੁਰੂ ਦੇ ਸਿਮਰਨ ਵਿੱਚ ਹੀ। ਵੇਖੋ ਮਹਾਰਾਜ ਕਹਿੰਦੇ ਸਿਮਰਨ ਨਾਲ ਹੀ ਭਗਤ ਪ੍ਰਗਟ ਹੁੰਦੇ ਨੇ, ਸਿਮਰਨ ਦੇ ਨਾਲ ਹੀ ਵੇਦ ਪ੍ਰਗਟ ਹੋਏ ਨੇ, ਸਿਮਰਨ ਨਾਲ ਹੀ ਸਾਰਾ ਕੁਝ ਹੁੰਦਾ ਹੈ। ਗੁਰਬਾਣੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਦੱਸਿਆ ਹੈ। ਇਸੇ ਤਰ੍ਹਾਂ ਬਾਣੀ ਵਿੱਚ ਵਾਰ-ਵਾਰ ਮਹਾਰਾਜ ਸਾਨੂੰ ਸਿਮਰਨ ਕਰਨ ਦਾ ਉਪਦੇਸ਼ ਕਰਦੇ ਨੇ। ਜੇ ਆਪਣੇ ਅੰਦਰੋਂ ਅੰਧਕਾਰ ਨੂੰ ਮਿਟਾਉਣਾ ਹੈ, ਸਿਮਰਨ ਜ਼ਰੂਰ ਕਰਿਆ ਕਰੋ। ਅਤੇ ਪਾਤਸ਼ਾਹ ਫਰਮਾਨ ਕਰਦੇ ਨੇ ਜਦੋਂ ਤੱਕ ਮਨੁੱਖ ਸਿਮਰਨ ਨਹੀਂ ਕਰਦਾ, ਇਹ ਉਸ ਅਵਸਥਾ ਵਿੱਚ ਨਹੀਂ ਪਹੁੰਚ ਸਕਦਾ ਜਿਹਦੇ ਵਾਸਤੇ ਸਾਨੂੰ ਜੀਵਨ ਮਿਲਿਆ ਹੈ। ਜਿਵੇਂ ਆਪਾਂ ਇੱਥੇ ਗੁਰਦੁਆਰੇ ਹੁਣ ਤੁਸੀਂ ਆਏ ਹੋ, ਅਤੇ ਕਾਹਦੇ ਵਾਸਤੇ ਆਏ ਹੋ? ਵੀ ਗੁਰਬਾਣੀ ਦੀ ਕੋਈ ਗੱਲ, ਕੋਈ ਸ਼ਬਦ ਸਾਡੇ ਕੰਨਾਂ 'ਚ ਪਵੇ, ਕੋਈ ਕਥਾ, ਕੋਈ ਕੀਰਤਨ
ਸਾਨੂੰ ਕੁਝ ਨਾ ਕੁਝ ਪ੍ਰਾਪਤ ਹੋਵੇ ਗੁਰੂ ਦਾ। ਪਰ ਇੱਥੇ ਗੱਲਾਂ ਹੋਰ ਹੀ ਹੋਣ ਤਾਂ ਆਪਣੇ ਇੱਥੇ ਆਉਣ ਦਾ ਲਾਭ ਆਪਾਂ ਸੋਚਾਂਗੇ ਅਸੀਂ ਆਏ ਤਾਂ ਇੱਥੇ ਕਥਾ ਕੀਰਤਨ ਸੁਣਨ ਵਾਸਤੇ ਸੀ, ਇੱਥੇ ਕੁਝ ਹੋਰ ਹੀ ਝਮੇਲੇ ਬਣੇ ਪਏ ਨੇ, ਦੱਸੋ ਕੀ ਫਾਇਦਾ ਹੋਇਆ ਆਉਣ ਦਾ। ਬੰਦਾ ਪਛਤਾਉਂਦਾ ਹੈ। ਇਸੇ ਤਰ੍ਹਾਂ ਆਪਾਂ ਵੀ ਦੇਹੀ ਕਾਹਦੇ ਵਾਸਤੇ ਮਨੀ ਰੱਬ ਨੂੰ ਮਿਲਣ ਵਾਸਤੇ ਆਪਾਂ ਹੋਰ ਹੀ ਝਮੇਲਿਆਂ 'ਚ ਪਏ ਹੋਏ ਹਾਂ। ਇਹ ਫਿਰ ਬੰਦਾ ਅੰਤ ਸਮੇਂ ਪਤਾ ਲੱਗਦਾ ਵੀ ਉਹ ਮੈਂ ਤਾਂ ਹੋਰ ਹੀ ਪੰਜਿਆਂ 'ਚ ਪਿਆ ਰਿਹਾ, ਉਹ ਸਾਰਾ ਜੀਵਨ ਮੇਰਾ ਬਰਬਾਦ ਹੋ ਗਿਆ ਹੈ। ਉਹੀ ਝਮੇਲਿਆਂ ਵਿੱਚ ਆਪਣਾ ਜੀਵਨ ਖਰਾਬ ਕਰ ਲਿਆ, ਫਿਰ ਪਛਤਾਉਂਦਾ ਹੈ। ਫਿਰ ਪਛਤਾਉਣ ਦਾ ਲਾਭ ਕੋਈ ਨਹੀਂ ਹੁੰਦਾ। ਇੱਕ ਵਸਤ ਗੋਚਰ ਲਈ ਹੈ, ਵਸਤੂ ਵਾਹਿਗੁਰੂ ਦਾ ਨਾਮ ਅੰਮ੍ਰਿਤ ਧਾਰਾ, ਉਹ ਸਾਡੇ ਅੰਦਰ ਹੀ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ ਸਾਰਿਆਂ ਦੇ ਅੰਦਰ ਆਪਣੇ। ਸ਼ਬਦੇ ਕਾਢ ਪੀਏ ਪਨਹਾਰੀ, ਸ਼ਬਦ ਦਾ ਅਭਿਆਸ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਔਰ ਇਹ ਲਗਾਤਾਰ ਇਹਦਾ ਵਾਸਤੇ ਇੱਕ ਛੋਟਾ ਜਿਹਾ ਪ੍ਰਮਾਣ ਹੈ, ਸਾਨੂੰ ਪ੍ਰਾਪਤ ਕਿਉਂ ਨਹੀਂ ਹੁੰਦਾ। ਅਸੀਂ ਓਨੀ ਸਾਧਨਾ ਨਹੀਂ ਕਰਦੇ। ਵੇਖੋ ਇੱਕ ਡਾਕਟਰ ਬਣਨਾ ਹੋਵੇ ਨਾ ਤੇ ਬੱਚੇ ਨੂੰ ਕਿੰਨੀ ਪੜ੍ਹਾਈ ਕਰਨੀ ਪੈਂਦੀ ਹੈ, ਬਲਕਿ ਨਾਲ ਮਾਂ ਪਿਓ ਦੀ ਵੀ ਪੜ੍ਹਾਈ ਹੋ ਜਾਂਦੀ ਹੈ। ਇੱਕ ਡਾਕਟਰ ਬਣਨਾ ਜਿਹਦੇ ਬੱਚੇ ਨੇ, ਉਹ ਬੱਚੇ ਨੇ ਤੇ ਬਣਨਾ, ਨਾਲ ਉਹਦੀ ਮਾਂ ਪਿਓ ਦੀ ਵੀ ਪੜ੍ਹਾਈ ਹੋ ਜਾਂਦੀ ਹੈ। ਟੀਚਰਾਂ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ ਉਸ ਬੱਚੇ 'ਤੇ ਜਿਹਨੇ ਡਾਕਟਰ ਬਣਨਾ ਹੈ, ਜਿਹਨੇ ਕੁਝ ਦੁਨੀਆ ਵਿੱਚ ਵੱਡੀ ਪ੍ਰਾਪਤੀ ਕਰਨੀ ਹੈ। ਉਹਦੀ ਸਾਧਨਾ ਬੜੀ ਵੱਡੀ ਹੁੰਦੀ ਹੈ। ਅਤੇ ਨਾਮ ਦੀ ਦਾਤ ਇਹ ਤਾਂ ਇੰਨੀ ਕੀਮਤੀ ਹੈ ਵੀ ਸਾਈਂ ਨਾਮ ਮੋਲ ਕੀਮ ਨਾ ਕੋਈ ਜਾਣ ਦੋ। ਇਹ ਪਦਵੀ ਕੋਈ ਸੌਖੀ ਹੈ। ਗੁਰਬਾਣੀ ਦੇ ਵਿੱਚ ਦੱਸਿਆ ਹੈ, ਦੁਨੀਆ ਦੇ ਵਿੱਚ 3 ਹਸਤੀਆਂ, ਉਹ ਨਾਮ ਬਣਾਉਣਾ ਬੜਾ ਵੱਡੀ ਗੱਲ ਹੈ। ਦੁਨੀਆ ਵਿੱਚ ਗਿਆਨੀ ਬਣ ਜਾਣਾ, ਪੰਡਤ ਵਿਦਵਾਨ ਬਣ ਜਾਣਾ ਬੜੀ ਵੱਡੀ ਗੱਲ ਹੈ। ਆਪਣੇ ਆਪ ਨੂੰ ਦੁਨੀਆ ਵਿੱਚ ਇਸ ਤਰ੍ਹਾਂ ਪ੍ਰਗਟ ਕਰ ਲੈਣਾ ਬੜੀ ਸਾਧਨਾ ਹੁੰਦੀ ਹੈ। ਜਿਹੜਾ ਕੋਈ ਇੰਨੀ ਸਾਧਨਾ ਵੱਡੀ ਕਰਦਾ ਤਾਂ ਹੀ ਦੁਨੀਆ ਦੇ ਗਿਆਨ ਨੂੰ ਮੰਨਦੀ, ਬਈ ਵਾਕਿਆ ਹੀ ਇਹ ਗਿਆਨੀ ਹੈ, ਪੰਡਤ ਹੈ, ਵਿਦਵਾਨ ਹੈ। ਦੁਨੀਆ ਫਿਰ ਉਹਦਾ ਸਤਿਕਾਰ ਕਰਦੀ ਹੈ। ਦੂਸਰਾ ਹੁੰਦਾ ਛਤਰਪਤੀ ਰਾਜਾ ਬਣ ਜਾਣਾ, ਸਾਰੇ ਵਰਲਡ 'ਤੇ ਜਿਹਦਾ ਹਕੂਮਤ ਹੋਵੇ। ਜਿਵੇਂ ਅਮਰੀਕਾ ਦੇਸ਼ ਸਭ ਤੋਂ ਅੱਗੇ ਇਸ ਸਮੇਂ ਵਰਲਡ ਵਿੱਚ, ਸਾਰੇ ਉਹਦੀ ਹਕੂਮਤ ਨੂੰ ਮੰਨਦੇ ਨੇ। ਕਿੰਨੇ ਦੇਸ਼ ਨੇ ਵੇਖੋ, ਪਰ ਉਹ ਇੱਕ ਦੇਸ਼ ਐਸਾ ਜਿਹੜਾ ਸਭ ਤੋਂ ਅੱਗੇ ਹੈ। ਐਵੇਂ ਅੱਗੇ ਨਹੀਂ ਹੋ ਗਿਆ, ਬੜੀ ਉੱਥੋਂ ਦੇ ਲੋਕਾਂ ਨੇ ਮਿਹਨਤ ਕੀਤੀ ਹੈ। ਤੀਸਰਾ ਕੋਈ ਸੂਰਮਾ ਬਲੀ ਬਣ ਜਾਣਾ, ਪੰਡਤ ਸੂਰ ਛਤਰਪਤ ਰਾਜਾ। ਪਰ ਇਹਨਾਂ ਨਾਲੋਂ ਵੀ ਵੱਡਾ ਹੈ ਭਗਤ ਬਰਾਬਰ ਔਰ ਨਾ ਕੋਈ। ਭਗਤ ਜਿਹਨੇ ਰੱਬ ਦੀ ਭਗਤੀ ਕੀਤੀ ਹੈ, ਨਾ ਤਾਂ ਕੋਈ ਗਿਆਨੀ ਉਹਨਾਂ ਦੀ ਬਰਾਬਰੀ ਕਰ ਸਕਦਾ ਹੈ। ਭਾਵੇਂ ਦੁਨੀਆ ਦੇ ਗਿਆਨੀ ਇਕੱਠੇ ਕਰ ਲਓ, ਬੜੇ ਨਾਮਵਰ ਛਤਰਪਤੀ ਰਾਜੇ ਸੂਰਮੇ, ਸਾਰੇ ਰੱਬ ਦੇ ਭਗਤ ਦੇ ਚਰਨਾਂ 'ਤੇ ਮੱਥਾ ਟੇਕਦੇ ਨੇ। ਸੰਤ ਨੂੰ ਸਾਰੇ ਨਮਸਕਾਰ ਕਰਦੇ ਨੇ, ਪਰ ਸੰਤ ਹੋਵੇ ਸੀ ਬੰਦਗੀ ਵਾਲਾ। ਵੱਡੇ ਵੱਡੇ ਅਫਸਰ, ਡਾਕਟਰ, ਲਾਇਰ, ਦੁਨੀਆ ਦਾ ਕੋਈ ਐਸਾ ਬੰਦਾ ਨਹੀਂ ਜਿਹੜਾ ਉਹਨਾਂ ਨੂੰ ਨਮਸਕਾਰ ਨਾ ਕਰਦਾ ਹੋਵੇ। ਉਹ ਕਿਵੇਂ ਬਣਿਆ ਹੈ? ਵਾਹਿਗੁਰੂ ਦਾ ਨਾਮ ਜਪ ਕੇ। ਅਤੇ ਹੁਣ ਇੱਕ ਡਾਕਟਰ ਬਣਨ ਵਾਸਤੇ ਜੇ ਇੰਨੀ ਪੜ੍ਹਾਈ ਕਰਨੀ ਪੈਂਦੀ, ਸੰਤ ਬਣਨ ਵਾਸਤੇ ਕਿੰਨੀ ਸਾਧਨਾ ਕਰਨੀ ਪਵੇਗੀ। ਬੜੀ ਬੰਦਗੀ ਦੀ ਲੋੜ ਹੈ ਨਾ। ਇੱਕ ਬਸਤਾ ਗੋਚਰ ਲਈ ਹੈ, ਉਹ ਦੀਵਾ ਬਲੇਗਾ ਨਾਮ ਦਾ ਅੰਦਰ, ਤਾਂ ਅੰਦਰੋਂ ਅਵਸਥ ਅਗੋਚਰ ਨਾਮ ਦੀ ਧਾਰਾ, ਉਹ ਵਾਹਿਗੁਰੂ ਪ੍ਰਾਪਤ ਹੋਵੇਗਾ। ਬਸਤਾ ਗੋਚਰ ਪਾਈ, ਘਟ ਦੀ ਬਗਰਿਆ ਸਮਾਈ। ਜਦੋਂ ਵਾਹਿਗੁਰੂ ਦੇ ਨਾਮ ਨੂੰ ਅੰਦਰੋਂ ਪ੍ਰਾਪਤ ਕਰ ਲਿਆ, ਅੰਦਰ ਉਹ ਨਾਮ ਦੀ ਜੋਤ ਪ੍ਰਗਟ ਹੋ ਜਾਵੇਗੀ। ਫਿਰ ਕਦੇ ਵੀ ਜੀਵਨ ਵਿੱਚ ਅੰਧਕਾਰ ਨਹੀਂ ਆਵੇਗਾ। ਕਹਿ ਕਬੀਰ ਰਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਕਹਿੰਦੇ ਭਗਤ ਜੀ ਅਸੀਂ ਜਾਣ ਲਿਆ ਰੱਬ ਨੂੰ। ਜਦੋਂ ਜਾਣ ਲਿਆ ਤੇ ਮਨ ਮੰਨ ਗਿਆ, ਹਾਂ ਰੱਬ ਹੈ, ਉਹਦੀ ਕਲਾ ਵਰਤ ਰਹੀ ਹੈ ਸਾਰਾ ਕੁਝ। ਉਹ ਰੂਹਾਨੀਅਤ ਦੇ ਜਿਹੜੇ ਭੇਦ ਨੇ, ਜਿਵੇਂ ਬਚਨ ਆਉਂਦਾ ਹੈ ਸਤਿਗੁਰ ਮੇਰਾ ਮਾਰਜ ਵੱਲ ਹੈ, ਪਰ ਸਾਨੂੰ ਇਹ ਭਰੋਸਾ ਨਹੀਂ ਹੈ। ਪਰ ਜਦੋਂ ਅੰਦਰੋਂ ਉਹ ਵਸਤੂ ਪ੍ਰਾਪਤ ਪਤਾ ਲੱਗ ਜਾਂਦਾ, ਹਾਂ ਸਤਿਗੁਰੂ
ਕਰ ਸਕਦੇ ਨੇ, ਸਾਰਾ ਕੁਝ ਸਤਿਗੁਰੂ ਜੀ ਕਰਦੇ ਹਨ। ਜੋ ਗੁਰ ਦਿਓ ਕੰਧ ਨਹੀਂ ਹਿਰੈ, ਜੋ ਗੁਰ ਦਿਓ ਦਿਉਰਾ ਫਿਰੈ। ਜੋ ਗੁਰੂ ਚਾਹੇ, ਅੱਜ ਵੀ ਸੁਲਤਾਨਪੁਰ ਦੇ ਵਿੱਚ ਵਾਹਿਗੁਰੂ ਬਟਾਲੇ ਦੀ ਧਰਤੀ 'ਤੇ ਉਹ ਕੰਧ ਖੜੀ ਹੈ। ਇਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਵਿਆਹਣ ਵਾਸਤੇ ਆਇਆ ਮਾਤਾ ਸੁਲੱਖਣੀ ਜੀ ਨੂੰ। ਸਤਿਗੁਰੂ ਪਾਤਸ਼ਾਹ ਜਦੋਂ ਦੇਖਿਆ, ਮਜ਼ਾਕ ਕਰਨ ਵਾਸਤੇ ਉੱਥੇ ਬਿਠਾਤਾ। ਇੱਕ ਮਾਈ ਆਈ, ਕਹਿੰਦੀ ਮਾਤਾ ਕਹਿਣ ਲੱਗੀ ਇਹ ਲਾਲ ਇਹ ਕੰਧ ਗਿਰਨ ਵਾਲੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਾਤਾ ਇਹ ਕੰਧ ਨਹੀਂ ਗਿਰਦੀ। ਅੱਜ ਵੀ ਸਹੀ ਹੈ ਨਾ, ਜੋ ਗੁਰ ਦਿਓ ਕੰਧ ਨਹੀਂ ਹਿਰੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਜਿਹੜੇ ਲੋਕ ਕਹਿੰਦੇ ਵੀ ਇੱਦਾਂ ਨਹੀਂ ਹੋ ਸਕਦਾ ਜੀ, ਬਾਬਾ ਦੀਪ ਸਿੰਘ ਸੀਸ ਤਲੀ 'ਤੇ ਕਰਕੇ ਨਹੀਂ ਗੜੇ, ਜਾਂ ਇਸ ਤਰ੍ਹਾਂ ਦੀਆਂ ਸਾਖੀਆਂ ਆਉਂਦੀਆਂ ਨੂੰ ਨਹੀਂ ਮੰਨਦੇ, ਤਾਂ ਗੁਰਬਾਣੀ ਕਹਿ ਰਹੀ ਹੈ ਤੇ ਉਹਦੇ ਪ੍ਰਤੱਖ ਪ੍ਰਮਾਣ ਧਰਤੀ 'ਤੇ ਹਾਜ਼ਰ ਹਨ। ਜੋ ਗੁਰ ਦਿਓ ਦਿਉਰਾ ਫਿਰੈ। ਭਗਤ ਨਾਮਦੇਵ ਜੀ ਦਾ ਦਿਉਰਾ ਫਿਰਿਆ ਹੋਇਆ, ਜਾ ਕੇ ਦੇਖੋ ਜਿਹੜਾ ਜਿੱਥੇ ਭਗਤ ਨਾਮਦੇਵ ਜੀ ਗਏ ਸੀ ਉਹ ਦਿਉਰੇ ਦੀਆਂ ਉੱਥੋਂ ਦੇ ਪੰਡਤ ਸਿਆਣੇ ਲੋਕ ਉਹ ਦੱਸਦੇ ਨੇ ਨਿਸ਼ਾਨੀਆਂ ਵੀ ਇਹ ਦਿਉਰਾ ਪਹਿਲਾਂ। ਇੱਥੇ ਹੋਰ ਵੀ ਸ਼ਬਦ ਦੇ ਵਿੱਚ ਬਹੁਤ ਸਾਰੇ ਬਚਨ ਆਉਂਦੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਜਾਣਿਆ ਅਤੇ ਹੁਣ ਮਨ ਮੰਨ ਗਿਆ ਵੀ ਹਾਂ ਇੱਦਾਂ ਦੀਆਂ ਖੇਡਾਂ ਹੁੰਦੀਆਂ ਹਨ। ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਸੋਚਿਆ ਕੀਜੈ। ਪਰ ਇਸ ਤਰ੍ਹਾਂ ਦੇ ਲੋਕ ਪਹਿਲਾਂ ਵੀ ਸੀ, ਅੱਜ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਵੀ ਇੱਦਾਂ ਹੋ ਜਾਂਦਾ ਜੀ, ਇੱਦਾਂ ਹੋ ਜਾਂਦਾ, ਅਸੀਂ ਨਹੀਂ ਮੰਨਦੇ। ਭਗਤ ਕਬੀਰ ਸਾਹਿਬ ਕਹਿੰਦੇ ਨਹੀਂ ਮੰਨਦੇ ਨਾ ਮੰਨੋ, ਪਰ ਇਹ ਖੇਡਾਂ ਵਰਤਦੀਆਂ ਨੇ, ਸਮਝ ਕੇ ਇਹਨੂੰ ਆਉਂਦੀਆਂ ਨੇ। ਭਰੋਸਾ ਕਿਹਨੂੰ ਆਉਂਦਾ? ਜਿਹੜਾ ਆਪ ਨਾਮ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਮਹਿਰਾਨ ਕਰਨ, ਅੰਮ੍ਰਿਤ ਵਰਤਾਂ ਨੂੰ ਕਮਾਈਏ, ਨਾਮ ਪੜ੍ਹੀਏ। ਜੇ ਕੁਝ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਸਾਧਨਾ ਜ਼ਰੂਰ ਕਰਨੀ